पंथक नज़र प्रोग्राम देख रहे सारे दर्शकों का मेजर सिंह पंजाबी वालों भरवां स्वागत है। तो मेरे नाल मौजूद ने सरदार जसपाल सिंह सिद्धू जी जो कि एक सीनियर पत्रकार ने। तो अज असी गल करांगे सिंह सभा लहर बारे। सिंह सभा का 150 साला शताब्दी दिवस मनाने जाने की जी तैयारी की जा रही है। केंद्री सिंह सभा चंडीगढ़ के वालों ਵੱਖ-ਵੱਖ ਥਾਵਾਂ ਤੇ जाके मीटिंगों का दौर शुरू हो चुका है। सो आओ जानते हैं की प्रोग्राम ਦੀਆਂ ਤਿਆਰੀਆਂ ਚੱਲ रही हैं किस तरह के इस वक्त ਜਿਹੜੇ कि समागम होणगे। सिद्धू साहब जी केंद्री सिंह सभा के वालों ਜਿਹੜਾ कि बड़े ਵੱਡੇ पद्धर ਤੇ इस टाइम शताब्दी समागम किए जा रहे हैं। 150 साला शताब्दी जी सिंह सभा की हैगी है वो मनाई जा रही है। अक्तूबर महीने ਦੇ ਵਿੱਚ ਇਹ ਪ੍ਰੋਗਰਾਮ ਸ਼ੁਰੂ ਹੋਣੇ ਨੇ ਤੇ ਕੀ ਰੂਪਰੇਖਾ ਹੋਏਗੀ, किस तरह के प्रोग्राम ਹੋਣਗੇ ਤੇ ਕੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। देखो सब तो पहला तो यह है भी असी शताब्दी कमेटी बना रहे हैं। शताब्दी कमेटी का उस असी इस प्रिपरेटरी तैयारी वाली कमेटी कढ़ांगे तो उसे दे विचों ही जिहड़ी स्वागती कमेटी होगी जां होर लिखण पढ़न वाली कमेटियां जिहड़ियां होणगीਆਂ वो वड्डी एक शताब्दी कमेटी चों कढ़ांगे। उस लई असीं सारे शहरां च जिवें जलंधर अमृतसर ते लुधियाना मीटिंगां शुरू करतियां। इधर मालवे विच भी मीटिंगां शुरू करनियां। इस मीटिंगां दे विच वड्डे लैवल ते शताब्दी कमेटी च जिहड़े प्रोमीनेंट बंदे आ सिख लिटरेचर नाल जुड़े आ, सिख फलसफे नाल जुड़े आ, सिख इतिहास नाल जां कोई होर धार्मिक कारवाई विच तैयार हैगे आ लगातार जां वड्डे लैवल ते साडा इह आ भी सिंह सभा दे जिन्ने गुरुद्वारे आ उन्हां दी मैनेजमेंट विच नाल जुड़े हुए बंदिਆਂ ਨੂੰ ਅਸੀਂ ਨਾਲ ਜੋੜਾਂਗੇ ਤੇ ਫਿਰ ਹੋਰ ਵੀ ਪ੍ਰੋਮੀਨੈਂਟ ਬੰਦੇ ਜਿੰਨੇ ਸਾਨੂੰ ਮਿਲ ਸਕੇ। ਐਸਜੀਪੀਸੀ ਨੂੰ ਵੀ ਵੈਸੇ ਅਸੀਂ ਇਨਵਾਈਟ ਕਰਾਂਗੇ ਪਰ ਉਹ ਤਾਂ ਇਨਵਾਈਟ ਕਰਾਂਗੇ ਆਉਂਦੇ ਕਿ ਨਹੀਂ, ਪਰ ਇਹ ਸਾਡਾ ਆਪਣਾ ਪ੍ਰੋਗਰਾਮ ਹੈ ਕੇਂਦਰੀ ਸਿੰਘ ਸਭਾ ਵੱਲੋਂ। ਤੇ ਕੇਂਦਰੀ ਸਿੰਘ ਸਭਾ ਦੀ ਜ਼ਿੰਮੇਵਾਰੀ ਇਹ ਵੱਡੇ ਕੰਮ ਦੀ ਤਾਂ ਲਈ ਆ ਕਿਉਂਕਿ ਇਸ ਤੋਂ ਪਹਿਲਾਂ ਇਹ 1974 ਦੇ ਵਿੱਚ ਪਹਿਲਾਂ 100 ਸਾਲਾ ਮਨਾਇਆ ਗਿਆ ਸੀ। 100 ਸਾਲਾ ਜਦੋਂ ਅਸੀਂ ਕੇਂਦਰੀ ਸਿੰਘ ਸਭਾ ਦਾ 100 ਸਾਲਾ ਮਨਾਇਆ ਗਿਆ ਉੱਥੇ ਉਸ ਵੇਲੇ ਦੇ ਜਿਹੜੇ ਲੋਕ ਸਭਾ ਦੇ ਸਪੀਕਰ ਸੀ ਹੁਕਮ ਸਿੰਘ ਉਹ ਸਾਡੇ ਚੇਅਰਮੈਨ ਸਨ ਇਸ ਸ਼ਤਾਬਦੀ ਕਮੇਟੀ ਦੇ ਤੇ ਟੌੜਾ ਸਾਹਿਬ ਵੀ ਨਾਲ ਜੁੜੇ ਹੋਏ ਸੀ। ਤੇ ਉਹਦੇ ਉੱਤੇ ਉਦੋਂ ਉਹਨਾਂ ਨੇ ਬਹੁਤ ਵੱਡੇ ਕਈ ਇਹੋ ਜਿਹੇ ਕੰਮ ਕੀਤੇ ਜਿਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਪਹਿਲੇ ਹੀ ਸੈਮੀਨਾਰ ਕੀਤਾ। ਗੁਰੂ ਗ੍ਰੰਥ ਸਾਹਿਬ ਦਾ ਫਲਸਫਾ, ਉਹਦੀ ਸੰਥਿਆ, ਉਹਦੀ ਪ੍ਰੋਨਾਂਸੀਏਸ਼ਨ, ਉਹਦੇ ਜਿਹੜੇ ਸਾਰੇ ਹੋਰ ਉਹਦੇ ਬਾਰੇ ਕਈ ਕਿਸਮ ਦੇ ਜਿਹੜੇ ਭਰਮ ਭੁਲੇਖੇ ਸਿੱਖ ਜਗਤ 'ਚ ਪਾਏ ਜਾਂਦੇ ਸੀ ਉਹਨਾਂ ਬਾਰੇ ਪਹਿਲੀ ਮੀਟਿੰਗ ਉਹਨਾਂ ਨੇ ਉਸ ਗੁਰੂ ਗ੍ਰੰਥ ਸਾਹਿਬ 'ਤੇ ਕਾਫੀ ਕੰਮ ਕੀਤਾ। ਲਿਟਰੇਚਰ ਇਕੱਠਾ ਕੀਤਾ, ਸਿੰਘ ਸਭਾਵਾਂ ਜੋੜੀਆਂ ਆਪਸ ਵਿੱਚ ਦੀ। ਅਤੇ ਸਿੰਘ ਸਭਾ ਦਾ ਇੱਕ ਏਮ ਅਤੇ ਉਦੇਸ਼ ਵੀ ਹੋਇਆ। ਏਮ ਅਤੇ ਉਦੇਸ਼ ਦੇ ਪਿੱਛੇ ਅਸੀਂ ਥੋੜ੍ਹੀ ਜਿਹੀ ਬੈਕਗਰਾਊਂਡ ਇਹ ਹੈ ਵੀ ਰਣਜੀਤ ਸਿੰਘ ਦੇ ਰਾਜ ਦੇ ਪਿੱਛੋਂ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਪਿੱਛੋਂ ਜਾਂ ਉਸ ਦੇ ਦੌਰਾਨ ਹੀ ਜਿਹੜਾ 150 ਸਾਲਾ 18ਵੀਂ ਸਦੀ ਚੱਲੀ ਸਾਰਾ ਬੰਦਾ ਬਹਾਦਰ ਤੋਂ ਬਾਅਦ, ਉਹਨਾਂ ਦਿਨਾਂ ਦੇ ਵਿੱਚ ਬਹੁਤੇ ਸਿੱਖ ਹੈ ਜਿਹੜੇ ਐਕਟਿਵ ਸਿੱਖ ਸੀ ਕਿਸੇ ਪਾਸੇ, ਉਹ ਲੜਾਈ 'ਚ ਸ਼ਾਮਲ ਸੀ। ਮੁਗਲ ਰਾਜ ਪ੍ਰਬੰਧ ਸੀ, ਉਹਦੇ ਥਾਂ ਥਾਂ ਲੜਾਈਆਂ ਹੋ ਰਹੀਆਂ ਸੀ, ਉਹਨਾਂ ਨਾਲ ਸਿੱਖਾਂ ਦੇ ਸਿਰਾਂ ਦੇ ਮੁੱਲ ਵੀ ਪੈ ਗਏ ਸੀ। ਉਹ ਸਾਰੇ ਦੌਰਾਨ ਦੇ ਵੇਲੇ ਉਹਨਾਂ ਦੇ ਗੁਰਦੁਆਰੇ, ਇਤਿਹਾਸਕ ਗੁਰਦੁਆਰੇ, ਗੁਰੂਆਂ ਨਾਲ ਜੁੜੇ ਹੋਏ ਸੰਸਥਾਨ, ਉਹਨਾਂ ਨੂੰ ਸਾਂਭਣ ਵਾਲਾ ਕੋਈ ਨਹੀਂ ਸੀ ਰਹਿ ਗਿਆ। ਗੁਰੂ ਗ੍ਰੰਥ ਸਾਹਿਬ ਦੇ ਨਾਲ ਪੜ੍ਹਨ ਵਾਲਾ, ਉਹਨਾਂ ਦਾ ਸਾਰਾ ਰੋਜ਼ ਦਾ ਜਿਹੜਾ ਇਹ ਸਾਰੇ ਰੀਤੀ ਰਿਵਾਜ ਹੈ ਉਸ ਕਿਸ ਤਰ੍ਹਾਂ ਪਰਫਾਰਮ ਕਰਨੇ ਆ, ਕੋਈ ਨਹੀਂ ਸੀ ਬਹੁਤੇ। ਉਹਨਾਂ ਨੂੰ ਸਾਂਭਿਆ ਉਸ ਵੇਲੇ ਉਦਾਸੀਆਂ ਨੇ ਅਤੇ ਨਿਰਮਲਿਆਂ ਨੇ। ਉਦਾਸੀ ਅਤੇ ਨਿਰਮਲਿਆਂ ਨੇ ਸਾਂਭਿਆ ਸੀ। ਉਹ ਜਿਹੜਾ ਮਿਸਲਾਂ ਦਾ ਪੀਰੀਅਡ ਵੀ ਫਿਰ 1765 ਦੇ ਨੇੜੇ ਤੇੜੇ ਸ਼ੁਰੂ ਹੁੰਦਾ ਜਦੋਂ ਮਿਸਲ ਸਾਰੇ ਕਬਜ਼ਾ ਹੋ ਜਾਂਦਾ। ਤਾਂ ਉਹਨਾਂ ਵੇਲਿਆਂ ਦੇ ਵਿੱਚ ਇਹ ਜ਼ਰੂਰ ਹੋਇਆ ਵੀ ਮਿਸਲਾਂ 'ਚੋਂ ਕਬਜ਼ਾ ਹੋ ਗਿਆ ਸਿੱਖ ਸਰਦਾਰਾਂ ਦਾ, ਮਿਸਲਦਾਰਾਂ ਦਾ ਥਾਂ ਥਾਂ 'ਤੇ ਲੰਬਾ ਚੌੜਾ ਪੰਜਾਬ 'ਚ ਪੰਜਾਬ ਦੇ ਵਿੱਚ। ਪੰਜਾਬ ਵੀ ਉਦੋਂ ਵੱਡਾ ਸੀ, ਕਾਫੀ ਜ਼ਿਆਦਾ ਸਾਂਝਾ ਪੰਜਾਬ ਸੀ, ਅਫਗਾਨਿਸਤਾਨ ਤੱਕ ਚੱਲਦਾ ਸੀ ਇੱਥੋਂ ਲੈ ਕੇ ਦਿੱਲੀ ਤੋਂ। ਉਹਦੇ ਵਿੱਚ ਥਾਂ ਥਾਂ 'ਤੇ ਕਬਜ਼ੇ ਉਹਨਾਂ ਦੇ ਹੋ ਗਏ। ਇੱਥੇ ਜਿਹੜਾ ਮਾਲਵੇ ਦਾ ਏਰੀਆ ਸੀ ਇੱਥੇ ਫੂਲਕੀਆਂ ਰਿਆਸਤਾਂ ਦੇ ਕਬਜ਼ੇ ਹੋ ਗਏ। ਫਰੀਦਕੋਟ, ਜੀਂਦ, ਪਟਿਆਲਾ, ਇਹ ਸਾਰੀਆਂ ਕਪੂਰਥਲਾ, ਇਹ ਸਾਰੀਆਂ ਵੱਡੀਆਂ ਰਿਆਸਤਾਂ ਉੱਭਰੀਆਂ। ਪਰ ਇਹਨਾਂ ਨੇ ਸਾਰਿਆਂ ਨੇ ਸਿੱਖ ਧਰਮ ਦੇ ਪ੍ਰਤੀ ਕੋਈ ਬਹੁਤਾ ਕੰਮ ਨਾ ਕੀਤਾ। ਉਹੀ ਨਿਰਮਲੇ ਅਤੇ ਉਦਾਸੀ ਇਹਦੇ 'ਤੇ ਕਬਜ਼ਾ ਕਰਦੇ ਰਹੇ, ਉਹੀ ਚਲਾਉਂਦੇ ਰਹੇ। ਨਿਰਮਲੇ ਦੇ ਜਿਹੜੇ ਉਦਾਸੀ
ਜਿਹੜੇ ਸਾਰੇ ਗੁਰੂ ਘਰਾਂ ਦੀ ਸੰਭਾਲ ਕਰਦੇ ਸੀ, ਸੇਵਾ ਸੰਭਾਲ ਕਰਦੇ ਸੀ, ਉਹ ਕਾਸ਼ੀ, ਮਥੁਰਾ, ਹਰਿਦੁਆਰ ਜਾਂ ਅਸੀਂ ਕਹਿ ਦਈਏ ਮੋਟੇ ਲੈਵਲ 'ਤੇ ਸੰਸਕ੍ਰਿਤ ਪੜ੍ਹੇ ਤੇ ਉਧਰਲੇ ਪਾਸੇ ਜੁੜੇ ਹੋਏ ਸੀ। ਸਾਰਾ ਹਿੰਦੂ ਇਤਿਹਾਸ ਜਾਂ ਅਸੀਂ ਕਹਿ ਦਈਏ ਜਿਹੜੀ ਇੱਥੇ ਇੰਡੀਆ ਵਿੱਚ ਚੱਲ ਰਹੀ ਸੀ ਬੜੇ ਲੰਬੇ ਸਮੇਂ ਦੀ ਭਾਰਤ ਵਿੱਚ, ਉਸ ਸਾਰੀ ਜਿਹੜੀ ਧਾਰਮਿਕ ਪੱਧਤੀ ਸੀ, ਧਾਰਮਿਕ ਉਸੇ ਨਾਲ ਜੁੜੇ ਸੀ। ਫਿਰ ਉਹਦਾ ਚੋਂ ਇਹ ਨਿਕਲਿਆ ਵੀ ਇਹ ਪਿਤਾ ਪੁਰਖੀ ਇੱਕ ਇੱਥੇ ਪ੍ਰੀਸਟਲੀ ਪੁਜਾਰੀਆਂ ਦੀ ਕਲਾਸ ਬਣ ਗਈ। ਉਹ ਪੁਜਾਰੀਆਂ ਦੀ ਕਲਾਸ ਦੇ ਵਿੱਚੋਂ ਇਹ ਹੋ ਗਿਆ ਵੀ ਜਿਵੇਂ ਹਰਿਮੰਦਰ ਸਾਹਿਬ ਦੇ ਵਿੱਚ ਸ਼ਾਰਟ ਗੱਲ ਇੰਨੀ ਹੈ, ਹਰਿਮੰਦਰ ਸਾਹਿਬ ਦੇ ਵਿੱਚ ਵੀ ਜਿਹੜੇ ਦਲਿਤਾਂ ਦਾ ਜਾਣਾ ਬੰਦ ਕਰਤਾ ਸੀਗਾ, ਰਿਸਟ੍ਰਿਕਟਡ ਸੀ, ਥੋੜ੍ਹੇ ਟਾਈਮ ਤੱਕ ਜਾ ਸਕਦੇ ਸੀਗੇ, ਸਵੇਰੇ ਜਾਂ ਸ਼ਾਮ ਨੂੰ ਥੋੜ੍ਹਾ ਟਾਈਮ ਦਿੱਤਾ ਸੀ, ਤੇ ਐਂ ਖੁੱਲ੍ਹੇ ਦਰਸ਼ਨ ਦਿਦਾਰੇ ਵਾਲੀ ਗੱਲ ਨਹੀਂ ਸੀ। ਫਿਰ ਮੂਰਤੀਆਂ ਵੀ ਸਾਰੀਆਂ ਜਿਹੜੀਆਂ ਕੋਈ ਪੁਜਾਰੀ ਕਲਾਸ ਦਾ ਤਾਂ ਆਪਣਾ ਇੱਕ ਕਰੈਕਟਰ ਹੈ, ਪੁਜਾਰੀ ਕਲਾਸ ਨੇ ਤਾਂ ਉਹ ਸਾਰਾ ਜਿਵੇਂ ਧਰਮ ਦੂਜੇ ਪਾਸੇ ਕਰਦੇ ਸੀ, ਹਿੰਦੂ ਮੰਦਰਾਂ ਸੀ, ਉਹੀ ਇੱਧਰ ਵੀ ਹੋਣ ਲੱਗ ਗਿਆ। ਤੇ ਉਹ ਪੁਜਾਰੀਆਂ ਲਈ ਪੈਸੇ ਇਕੱਠੇ ਕਰਨੇ ਹੁੰਦੇ, ਉਹ ਸਾਰੇ ਪ੍ਰਕਰਮਾਂ ਦੇ ਵਿੱਚ ਉਸ ਕਿਸਮ ਦੇ ਮੂਰਤੀਆਂ ਸਾਰੀਆਂ ਸਥਾਪਿਤ ਹੋਣ ਲੱਗ ਗਈਆਂ। ਫਿਰ ਇਹ ਸਾਰੇ ਰੌਲੇ ਦਾ ਵਿੱਚ ਇੱਕ ਹੋਰ ਹੋਇਆ, ਸਭ ਤੋਂ ਵੱਡੀ ਗੱਲ ਸੀ ਜਿਹੜੀ ਸਮਝਣ ਲਈ ਹੈ ਵੀ ਕਿਉਂ ਸਿੰਘ ਸਭਾ ਦੀ ਲੋੜ ਪਈ ਜਾਂ ਕਿੱਥੋਂ ਉਭਰੀ। ਉਹਦੇ 'ਚ ਇਹ ਹੋਇਆ ਵੀ ਇੱਕ ਉਦਾਹਰਨ ਦੇ ਤੌਰ 'ਤੇ ਹੋਇਆ ਤਾਂ ਬਹੁਤ ਕੁਛ। ਉਦਾਹਰਨ ਤੌਰ 'ਤੇ ਇਹ ਵੀ ਗੁਰੂ ਅਰਜਨ ਦੇਵ ਜੀ ਦੇ ਵੀ ਸ਼ਰਾਧ ਹੋਣੇ ਸ਼ੁਰੂ ਹੋ ਗਏ ਤਰਨਤਾਰਨ ਸਾਹਿਬ ਗੁਰਦੁਆਰੇ ਵਿੱਚ। ਇਹ ਲਿਖਤੀ ਸਬੂਤ ਹੈ, ਹੋਰ ਬਹੁਤ ਕੁਛ ਹੋਇਆ, ਪਰ ਇੱਕ ਵੱਡਾ ਸਬੂਤ ਇਹ ਹੈ ਵੀ 1897 ਵਿੱਚ ਉੱਥੇ ਸ਼ਰਾਧ ਕੀਤੇ ਗਏ। ਸ਼ਰਾਧ ਜਿਹੜੇ ਹੋਏ ਉਹ ਵੀ ਹਿਸਟੋਰੀਕਲ ਗੁਰਦੁਆਰਾ ਤਰਨਤਾਰਨ ਸਾਹਿਬ ਤਵਾਰੀਖੀ ਹੈ, ਗੁਰੂਆਂ ਸਾਹਿਬ ਨਾਲ ਜੁੜਿਆ ਹੋਇਆ। ਤੇ ਉੱਥੇ ਸ਼ਰਾਧ ਦੇ ਕਰਨ ਦੇ ਨਾਲ ਪੰਜਵੇਂ ਪਾਤਸ਼ਾਹ ਦਾ ਸ਼ਰਾਧ ਕੀਤਾ, ਨਾਲ ਫਿਰ ਉੱਥੇ ਜਿਹੜੇ ਸ਼ਰਾਧ ਜਿਨ੍ਹਾਂ ਨੂੰ ਖਵਾਏ ਗਏ ਉਹਨਾਂ 'ਚ ਕਈ ਤੰਬਾਕੂ ਦਾ ਸੇਵਨ ਕਰਨ ਵਾਲੇ ਵੀ ਆਏ। ਫਿਰ ਇੱਕ ਬੁੰਗਾ ਸੀ ਜਿਹੜਾ ਤਰਨਤਾਰਨ ਦਾ, ਉਹਦੇ ਵਿੱਚ ਆਪਣੇ ਅਸਾਈਆਂ ਨੇ ਇਹ ਆਪਣਾ ਅਸਾਈ ਦਫ਼ਤਰ ਖੋਲ੍ਹ ਲਿਆ ਤੇ ਕਈ ਉੱਥੇ ਬੈਠ ਕੇ ਉਹ ਜਿਹੜੇ ਦਲਿਤ ਪਰਿਵਾਰਾਂ 'ਚੋਂ ਹੋਰ ਇੱਧਰੋਂ ਉੱਧਰੋਂ ਅਸਾਈ ਬਣਾਉਣ ਲੱਗ ਗਏ ਤੇ ਉੱਥੇ ਕ੍ਰਾਸ ਵੱਡਾ ਸਾਰਾ ਲਟਕਣ ਲੱਗ ਗਏ ਸਾਰੇ। ਇਸ ਕਰਕੇ ਇਹ ਸਾਰੀਆਂ ਜਿਹੜੀਆਂ ਦੁਰਦਸ਼ਾ ਸਾਰੀ ਇਸ ਕਿਸਮ ਦੀ ਆ ਗਈ ਸੀ। ਇੱਧਰ ਦਰਬਾਰ ਸਾਹਿਬ ਦੇ ਵਿੱਚ ਤੁਸੀਂ 1919 ਦੇ ਵਿੱਚ ਜਿਹੜਾ ਜਲਿਆਂਵਾਲੇ ਬਾਗ ਹੋਇਆ ਤੇ ਉਸ ਦਾ ਵੀ ਤੁਸੀਂ ਉਹਦੇ ਜਿਹੜਾ ਡਾਇਰ ਨੂੰ ਤੁਸੀਂ ਸਨਮਾਨਿਤ ਕਰ ਰਹੇ ਹੋ, ਸਰੂਪਾ ਦੇ ਰਹੇ ਹੋ। ਤਾਂ ਉਹ ਇਸ ਕਿਸਮ ਦੀਆਂ ਕੁਰੀਤੀਆਂ ਬਹੁਤ ਜ਼ਿਆਦਾ ਆ ਗਈਆਂ ਸੀ। ਇਹਦੇ ਵਿੱਚੋਂ ਫਿਰ ਸਿੰਘ ਸਭਾ ਲਹਿਰ ਹੈ ਜਿਹੜੀ ਉਹ ਉਦੋਂ ਉੱਠੀ ਜਦੋਂ ਰਣਜੀਤ ਸਿੰਘ ਦਾ ਰਾਜ 1850 'ਚ ਖਤਮ ਹੋਇਆ। ਉਸ ਖਤਮ ਹੋਣ ਦੇ ਨਾਲ ਇਸ ਰਾਜ ਦਾ ਭੋਗ ਤਾਂ ਪੈ ਗਿਆ ਸਾਰਾ ਮਹਾਰਾਜਾ ਰਣਜੀਤ ਸਿੰਘ ਦਾ, ਪਰ ਨਾਲ ਦੀ ਨਾਲ ਸਿੱਖਾਂ ਦੀ ਜਿਹੜੀ ਵੱਖਰੀ ਹੋਂਦ ਸੀ, ਵੱਖਰਾ ਸਾਰਾ ਜਿਸ ਤਰੀਕੇ ਨਾਲ ਅੱਜ ਕਹਿੰਦੇ ਆ ਵੀ ਵੱਖਰੀ ਹਸਤੀ ਹੈ, ਨਿਵੇਕਲੀ ਹੋਂਦ ਹੈ, ਉਹਦਾ ਭੋਗ ਵੀ ਪੈ ਗਿਆ ਸੀ। ਤੇ ਫਿਰ ਸਿੰਘ ਸਭਾ ਨੇ ਇਸ ਦੀ ਨਿਵੇਕਲੀ ਹਸਤੀ ਕਾਇਮ ਕਰਨ ਲਈ ਪਹਿਲੀ ਸਿੰਘ ਸਭਾ 30 ਜੁਲਾਈ 1873 ਨੂੰ ਬਣੀ, ਅੰਮ੍ਰਿਤਸਰ ਬਣੀ। ਠਾਕਰ ਸਿੰਘ ਸੰਧਾਵਾਲੀਆ ਉਹਨਾਂ ਦੇ ਪ੍ਰਧਾਨ ਸਨ, ਗਿਆਨੀ ਗੈਣ ਸਿੰਘ ਜਨਰਲ ਸੈਕਟਰੀ ਸੀ। ਸੰਧਾਵਾਲੀਆ ਨੇ ਇਸ ਕਰਕੇ ਇੰਪਾਰਟੈਂਟ ਹੈ ਸਿੱਖ ਹਿਸਟਰੀ ਵਿੱਚ, ਉਹਨਾਂ ਦਾ ਨਾਮ ਬੜਾ ਅਹਿਮ ਹੈ ਕਿ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਜਿਹੜਾ ਲੜਕਾ ਸੀ, ਅਖੀਰਲਾ ਰਾਜਾ ਸੀਗਾ ਦਲੀਪ ਸਿੰਘ, ਉਹ ਕ੍ਰਿਸਚਨ ਬਣ ਗਿਆ ਸੀ। ਉੱਥੇ ਲੰਡਨ ਜਾ ਕੇ ਫਿਰ ਉਸ ਨੂੰ ਨਾਲ ਬੰਦਾ ਕੋਈ ਸਹਿਯੋਗੀ ਲੈ ਕੇ ਗਏ, ਲੰਡਨ ਜਾ ਕੇ ਫਿਰ ਉਸ ਨੂੰ ਦੁਬਾਰਾ ਸਿੱਖੀ 'ਚ ਲਿਆਂਦਾ ਤੇ ਫਿਰ ਉਸਨੇ ਬਗਾਵਤ ਦੇ ਲੈਵਲ 'ਤੇ ਵੀ ਸਿੱਖ ਅੰਗਰੇਜ਼ੀ ਸਾਮਰਾਜ ਦੇ ਵਿਰੁੱਧ ਲੜਿਆ ਵੀ। ਇਹ ਸਾਰੇ ਦੌਰ ਦੇ ਵਿੱਚੋਂ ਜਿਹੜਾ ਸਾਰਾ ਨਿਕਲਿਆ, ਉਹਦੇ ਵਿੱਚੋਂ ਫਿਰ ਲੋੜ ਪਈ ਵੀ ਹੁਣ ਪੰਜਾਬੀ ਲਈ, ਪੰਜਾਬੀ ਬੋਲੀ ਦੇ ਵਿਕਾਸ ਲਈ, ਜਾਤ ਪਾਤ ਨੂੰ ਤੋੜਨ ਲਈ ਤੇ ਹਿੰਦੂ ਸੰਸਥਾਨਾਂ ਨਾਲੋਂ ਵੱਖਰਾ ਆਪਦਾ ਬ੍ਰਾਹਮਣੀਕਲ ਸੰਸਥਾਨਾਂ ਨਾਲੋਂ ਅਸੀਂ ਜੇ ਮੋਟੇ ਲੈਵਲ 'ਤੇ ਕਹੀਏ ਬ੍ਰਾਹਮਣੀਕਲ, ਉਹ ਸਾਰੇ ਪੁਜਾਰੀ ਕਲਾਸ ਦੇ ਵਿੱਚੋਂ ਕਿਵੇਂ ਆਜ਼ਾਦ ਕੀਤੇ ਜਾਣ। ਗੁਰਦੁਆਰੇ ਪ੍ਰਾਪਰਟੀਆਂ ਬਹੁਤ ਲੱਗ ਗਈਆਂ ਸੀ ਗੁਰਦੁਆਰਿਆਂ ਦੇ ਨਾਲ ਉਹਨਾਂ ਦਿਨਾਂ ਵਿੱਚ ਰਣਜੀਤ ਸਿੰਘ ਦੇ ਰਾਜ ਵੇਲੇ। ਤਾਂ ਫਿਰ ਉਹ ਬੜੇ ਵੱਡੇ ਉਹ ਕੁਕਰਮ ਵੀ ਸ਼ੁਰੂ ਹੋ ਗਏ ਸੀ, ਇਹਨਾਂ ਤੋਂ ਕਿਵੇਂ ਬਚਤ ਕਰੀਏ। ਉਹਦੇ ਲਈ ਸਿੰਘ ਸਭਾ ਨੇ ਬਹੁਤ ਵੱਡਾ ਰੋਲ ਕੀਤਾ। ਉਸ ਵਿੱਚੋਂ ਹੀ ਗੁਰਦੁਆਰਾ ਸੁਧਾਰ ਲਹਿਰ ਨਿਕਲੀ ਜਿਹੜੀ 1920 ਵਾਲੀ ਸੀ, ਗੁਰਦੁਆਰੇ ਆਜ਼ਾਦ ਹੋਏ ਤੇ ਉਸੇ ਵਿੱਚੋਂ ਹੀ ਅਕਾਲੀ ਦਲ ਬਣਿਆ।
ਤੇ ਉਸ ਦੇ ਵਿੱਚੋਂ ਸਾਰਾ ਕੁਝ ਉਸੇ ਦੇ ਵਿੱਚੋਂ ਅਸੀਂ ਕਹਿ ਸਕਦੇ ਹਾਂ ਵੀ ਇਹ ਸਾਰਾ ਨਖੇੜਾ ਹੋਇਆ ਸਿੱਖੀ ਦਾ, ਤੇ ਲੈਂਗੁਏਜ ਦਾ ਵੀ ਉਸੇ 'ਚੋਂ ਨਿਕਲਿਆ। ਪਹਿਲਾਂ ਤਾਂ ਪੰਜਾਬੀ ਆਲਮੋਸਟ ਕੋਈ ਪੜ੍ਹਦਾ ਨਹੀਂ ਸੀ ਇੱਥੇ, ਉਹਨਾਂ ਨੇ ਪੰਜਾਬੀ ਸ਼ੁਰੂ ਕੀਤੀ। ਇਹ ਜਿਹੜਾ ਕੰਮ 74 'ਚ ਕੀਤਾ, ਜਿਹੜਾ 100 ਸਾਲਾਂ ਵੇਲੇ, ਉਹਦੇ 'ਚ ਕੋਸ਼ਿਸ਼ ਸੀ ਵੀ ਉਸ ਨੂੰ ਮੁੜ ਕੇ ਅਸੀਂ ਰਿਵਾਈਵ ਕੀਤਾ ਜਾਵੇ। ਹੁਣ ਜਿਹੜੀ ਸਾਡੀ ਕੋਸ਼ਿਸ਼ ਹੈ, ਪਿਛੇ 50 ਸਾਲਾਂ ਵਿੱਚ ਬਹੁਤ ਕੁਝ ਹੋ ਗਿਆ, ਹੁਣ ਵੀ ਸਾਡੀ ਜਿਹੜੀ ਕੋਸ਼ਿਸ਼ ਆ ਉਹ ਇਹੀ ਹੈ ਵੀ ਮੁੜ ਕੇ ਉਸ ਸਪਿਰਿਟ ਨੂੰ, ਜਿਹੜੀ ਸਿੱਖੀ ਦੀ ਨਿਵੇਕਲੀ ਸਪਿਰਿਟ ਹੈ, ਉਸ ਨੂੰ ਧਾਰਮਿਕ ਲੈਵਲ 'ਤੇ, ਧਾਰਮਿਕ ਸਮਾਜਿਕ ਜਿਹੜੀ ਚੇਤਨਤਾ ਹੈ, ਤੇ ਇਹ ਸਾਰੀ ਨੂੰ ਮੁੜ ਕੇ ਜਿੰਦਾ ਕੀਤਾ ਜਾਵੇ, ਸੁਰਜੀਤ ਕੀਤਾ ਜਾਵੇ, ਰਿਵਾਈਵ ਕੀਤਾ ਜਾਵੇ। ਇਹ ਸਾਡੀ ਕੋਸ਼ਿਸ਼ ਹੈ 150 ਸਾਲਾ ਸ਼ਤਾਬਦੀ ਸਮਾਗਮਾਂ ਦੇ। ਸਿੱਧੂ ਸਾਹਿਬ ਵੀ ਜਿਹੜੇ ਆਪਾਂ ਆਪਣੇ ਜਿਹੜੇ ਸਮਾਗਮ ਆਰੰਭਤਾ ਕਰਨੀ ਹੈ ਚੰਡੀਗੜ੍ਹ ਦੇ ਵਿੱਚੋਂ, ਅਸੀਂ ਆਰੰਭਤਾ ਕਰਨੀ ਹੈ, ਅਤੇ ਚੰਡੀਗੜ੍ਹ ਦੇ ਵਿੱਚ ਕਿੰਨੇ ਦਿਨਾਂ ਦਾ ਇਹ ਪ੍ਰੋਗਰਾਮ ਰੱਖਿਆ ਗਿਆ ਤੇ ਕਿਸ ਤਰ੍ਹਾਂ ਦਾ ਇਹ ਪ੍ਰੋਗਰਾਮ ਹੋਏਗਾ ਚੰਡੀਗੜ੍ਹ ਦੇ ਵਿੱਚ? ਜਿਹੜਾ ਚੰਡੀਗੜ੍ਹ ਸਾਡਾ 3 ਦਿਨਾਂ ਦਾ ਪ੍ਰੋਗਰਾਮ ਰੱਖਿਆ ਗਿਆ। ਇਹ ਸ਼ੁਰੂਆਤ ਹੋ, ਅਸੀਂ ਹਰ ਸਾਲ ਕਈ ਸਾਲਾਂ ਤੋਂ ਲਗਾਤਾਰ, ਮੈਂ ਵੀ ਸਿੰਘ ਸਭਾ ਨਾਲ ਜਿਸ ਦਿਨ ਦਾ ਕਾਫੀ ਸਾਲਾਂ ਤੋਂ ਜੁੜਿਆ ਹੋਇਆ, ਅਸੀਂ ਹਰ ਸਾਲ 21 ਅਕਤੂਬਰ ਨੂੰ ਇਹਦੀ ਅਸੀਂ ਸ਼ਤਾਬਦੀ ਮਨਾਉਂਦੇ ਹਾਂ। ਸਿੰਘ ਸਭਾ ਦੀ ਸ਼ਤਾਬਦੀ 21 ਅਕਤੂਬਰ ਨੂੰ ਹਰੇਕ ਸਾਲ ਮਨਾਈ ਜਾਂਦੀ ਹੈ। ਇਸ ਵਾਰ ਵੀ 21 ਅਕਤੂਬਰ ਨੂੰ ਫੰਕਸ਼ਨ ਇੱਥੇ ਚੰਡੀਗੜ੍ਹ ਵਿੱਚ ਸ਼ੁਰੂ ਹੋਣਗੇ, 21, 22 ਤੇ 23 3 ਦਿਨ। ਇਹਦੇ 'ਚ 4 ਅਸੀਂ ਵੱਡੇ ਸੈਮੀਨਾਰ ਰੱਖੇ ਆ, 4 ਵੱਡੇ ਸੈਮੀਨਾਰ ਰੱਖ ਕੇ ਤੇ ਉਹਨਾਂ ਵਿੱਚ ਫਿਰ ਡਿਸਕਸ਼ਨ ਹੋਏਗੀ ਸਿੱਖਾਂ ਦੀ ਧਾਰਮਿਕ ਤੇ ਸਿਆਸੀ ਤੇ ਸਮਾਜਿਕ ਸਥਿਤੀ ਕੀ ਹੈ, ਇਹ ਟੋਟਲ ਸਮਾਜ ਦੇ ਵਿੱਚ, ਇੰਡੀਅਨ ਸੋਸਾਇਟੀ ਦੇ ਵਿੱਚ, ਇੰਡੀਅਨ ਸਟੇਟ ਦੇ ਵਿੱਚ, ਤੇ ਗਲੋਬਲੀ ਕੀ ਪੋਜੀਸ਼ਨ ਹੈ, ਤੇ ਉਹਦੀਆਂ ਸੰਸਥਾਵਾਂ ਦਾ ਕੀ ਹਾਲ ਹੈ। ਇਹਨਾਂ ਸਾਰਿਆਂ ਉੱਤੇ ਸਾਡੀ ਬਹਿਸ ਹੋਏਗੀ, ਡਿਬੇਟ ਕਰਾਏ ਜਾਣਗੇ। ਇਹਨਾਂ ਉੱਤੇ ਕਾਫੀ ਵੱਡੇ ਜਿਹੜੇ ਵਿਦਵਾਨ ਹੈ ਉਹ ਸੱਦੇ ਹੈ ਤੇ ਸੱਦੇ ਜਾ ਰਹੇ ਹੈ। ਸਾਰਾ ਕੁਝ ਇਹ ਕੀਤਾ ਜਾਏ। ਸਿੱਧੂ ਸਾਹਿਬ, ਇਹ ਜਿਹੜਾ ਪ੍ਰੋਗਰਾਮ ਹੋਏਗਾ ਇਹਦੇ ਵਿੱਚ ਕੀ ਪੰਜਾਬ ਦੇ ਜਾਂ ਇਕੱਲੇ ਭਾਰਤ ਦੇ ਜਾਂ ਫਿਰ ਵਿਦੇਸ਼ਾਂ ਦੇ ਵਿੱਚੋਂ ਵੀ ਜਿਹੜੇ ਆ ਕਿ ਆਪਣੇ ਮਹਿਮਾਨ ਪਹੁੰਚਣਗੇ, ਬੁਲਾਰੇ ਪਹੁੰਚਣਗੇ? ਵੈਸੇ ਸਾਡੀ ਪਹਿਲੀ ਕੋਸ਼ਿਸ਼ ਇਹ ਹੈ ਵੀ ਅਸੀਂ 12 ਪ੍ਰੋਗਰਾਮ ਜਿਹੜੇ ਵੱਖਰੇ ਵੱਖਰੇ ਥਾਵਾਂ 'ਤੇ ਕਰਾਂਗੇ ਪੰਜਾਬ ਦੇ ਵਿੱਚ, 12 ਪੰਜਾਬ ਤੋਂ ਬਾਹਰ ਕਰਨੇ, ਜਿਵੇਂ ਬੰਬੇ ਹੈ ਤੇ ਕਲਕੱਤਾ ਤੇ ਇੱਧਰ ਪਟਨਾ ਸਾਹਿਬ ਹੈ ਤੇ ਹਜੂਰ ਸਾਹਿਬ ਥੱਲੇ, ਤੇ ਇਹ ਬੰਬਈ ਦੇ ਵਿੱਚ ਵੀ ਅਸੀਂ ਕਰਨਾ ਹੈ, ਬੰਗਲੌਰ ਐਰਾ ਵਗੈਰਾ 12 ਥਾਵਾਂ 'ਤੇ ਸਾਡੇ ਮਿੱਥੇ ਹੋਏ ਪ੍ਰੋਗਰਾਮ ਹੈ। 12 ਹੀ ਬਾਹਰ ਤੇ 12 ਇੱਥੇ। ਵਿਦੇਸ਼ਾਂ 'ਚ ਨਹੀਂ ਅਸੀਂ ਇਸ ਕਿਸਮ ਦਾ ਕਰ ਪਾਏ, ਪਰ ਵਿਦੇਸ਼ਾਂ ਦੇ ਅਸੀਂ ਗੈਸਟ ਜਿਹੜੇ ਸਕਾਲਰ ਹੈ ਉਹਨਾਂ ਨੂੰ ਬੁਲਾ ਰਹੇ ਹਾਂ, ਤੇ ਇਸ ਕਰਕੇ ਅਸੀਂ ਵੱਡਾ ਉਹ ਇੰਤਜ਼ਾਮ ਕਰ ਰਹੇ ਹਾਂ। ਬਾਕੀ ਅਸੀਂ ਲਿਟਰੇਚਰ ਬਹੁਤ ਜ਼ਿਆਦਾ ਇਕੱਠਾ ਕਰ ਰਹੇ ਹਾਂ, ਕਿਉਂਕਿ ਸਿੰਘ ਸਭਾ ਬਾਰੇ ਜਿੰਨਾ ਲਿਟਰੇਚਰ ਹੈ, ਬੇਸ਼ੱਕ ਉਹ 100 ਸਾਲਾਂ ਮਨਾਉਣ ਵੇਲੇ ਦੀ ਗੱਲਬਾਤ ਸੀ, ਉਹ ਸਕੈਟਰਡ ਤੇ ਖਿਲਰਿਆ ਪਿਆ। ਉਹਨੂੰ ਅਸੀਂ ਦੁਬਾਰਾ ਇਕੱਠਾ ਕਰ ਰਹੇ ਹਾਂ, ਉਹਨੂੰ ਦੁਬਾਰਾ ਇੱਕ ਥਾਂ ਇਕੱਠਾ ਕਰਕੇ ਤੇ ਉਹਨਾਂ ਨੂੰ ਦੁਬਾਰਾ ਉਸ ਨੂੰ ਕਈ ਕਿਤਾਬਾਂ ਜਿਹੜੀਆਂ ਬਹੁਤ ਵਧੀਆ ਉਸ ਮੌਕੇ 'ਤੇ ਹੋਈਆਂ 100 ਸਾਲ ਪਹਿਲਾਂ ਜਾਂ ਉਦੋਂ ਪਹਿਲਾਂ ਲਿਖੀਆਂ ਗਈਆਂ ਸੀ, ਤਾਂ ਅਸੀਂ ਉਹ ਆਊਟ ਆਫ ਪ੍ਰਿੰਟ ਹੈ, ਉਹ ਮਿਲਦੀਆਂ ਨਹੀਂ ਕਿਤੇ। ਇਸ ਕਰਕੇ ਅਸੀਂ ਉਹਨਾਂ ਨੂੰ ਸਿੰਘ ਸਭਾ ਵੱਲੋਂ ਇੱਥੇ ਛਾਪਾਂਗੇ, ਹੁਣ ਦੁਬਾਰਾ ਛਾਪ ਰਹੇ ਹਾਂ। ਤੇ ਕਈ ਇਹੋ ਜਿਹੇ ਵਧੀਆ ਲੇਖ ਹੈ, ਸਾਰੇ ਵੱਡੇ ਵੱਡੇ ਪ੍ਰਿੰਸੀਪਲ ਤੇਜਾ ਸਿੰਘ ਦੇ, ਡਾਕਟਰ ਜੋਤ ਸਿੰਘ ਦੇ, ਤੇ ਭਾਈ ਕਾਹਨ ਸਿੰਘ ਨਾਭਾ ਦਾ, ਤੇ ਉਹ ਸਾਰੇ ਕਈ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਕਿ ਅੱਜ ਦੇ ਵਿੱਚ ਅੱਜ ਵੀ ਰੈਲੇਵੈਂਟ ਆ, ਅੱਜ ਵੀ ਉਹਨਾਂ ਦੀ ਸਾਰਥਕਤਾ ਬਹੁਤ ਹੈ। ਅਸੀਂ ਉਹਨਾਂ ਨੂੰ ਦੁਬਾਰਾ ਇਕੱਠੇ ਕਰਕੇ ਲਿਆ ਕੇ ਹੁਣ ਛਾਪ ਰਹੇ ਹਾਂ। ਲਿਟਰੇਚਰ 'ਤੇ ਸਾਡਾ ਸਪੈਸ਼ਲ ਜ਼ੋਰ ਹੈ। ਤੇ ਸਿੱਧੂ ਸਾਹਿਬ, ਵੀ ਜਿਵੇਂ ਕਿ ਆਪਾਂ ਸਿੰਘ ਸਭਾ ਦੀ ਜਿਹੜੀ ਆ 150 ਸਾਲਾ ਸ਼ਤਾਬਦੀ ਮਨਾਉਣ ਜਾ ਰਹੇ ਹਾਂ, ਅਤੇ 100 ਸਾਲਾ ਅਸੀਂ ਪਹਿਲਾਂ ਮਨਾ ਚੁੱਕੇ ਹਾਂ, ਅਤੇ ਕੇਂਦਰੀ ਸਿੰਘ ਸਭਾ ਦੇ ਵੱਲੋਂ ਇਸ ਟਾਈਮ ਜਿਹੜੇ ਆ ਕਿ ਪ੍ਰੋਗਰਾਮ ਕੀ ਕੀਤੇ ਜਾ ਰਹੇ ਨੇ, ਕੀ ਕਾਰਜ ਜਿਹੜੇ ਆ ਕਿ ਉਹ ਕੀਤੇ ਜਾ ਰਹੇ, ਅਤੇ ਕਿੱਥੇ ਕਿੱਥੇ ਅਤੇ ਕਿਵੇਂ ਕੀਤੇ ਜਾ ਰਹੇ? ਉਹ ਮੈਂ ਇਸ ਤਾਂ ਪਹਿਲਾਂ ਦੱਸਿਆ ਚੰਡੀਗੜ੍ਹ ਤੋਂ ਸ਼ੁਰੂ ਕਰਕੇ 12 ਬਹੁਤ ਕੀਤਾ, ਪਰ ਉਹਦੇ ਨਾਲ ਸਾਡੀ ਇੱਕ ਹੋਰ ਜ਼ਿਆਦਾ ਹੈ ਵੀ ਅਸੀਂ ਇਸ ਗੱਲ 'ਤੇ ਫੋਕਸ ਕਰ ਰਹੇ ਹਾਂ ਸਾਰਾ, ਵੀ ਸਿੱਖਾਂ ਦੀ ਪੋਜੀਸ਼ਨ ਕੀ ਹੈ, ਪਲੇਸਿੰਗ ਕੀ ਹੈ, ਉਹਨਾਂ ਦਾ ਸਥਾਨ ਕੀ ਬਣਦਾ ਹੈ ਭਾਰਤ ਵਿੱਚ, ਤਾਂ ਜਾਂ ਦੂਜੇ ਧਰਮਾਂ ਦੇ ਮੁਕਾਬਲੇ ਵਿੱਚ ਉਹ ਕਿੱਥੇ ਜੇ ਖੜੇ ਆ, ਕੀ ਹੈ, ਕਿਉਂ ਵਿਕਾਸ ਨਹੀਂ ਹੋ ਰਿਹਾ। ਕਿਉਂਕਿ ਇੱਕ ਇਹ ਗੱਲ ਕਲੀਅਰ ਹੈ ਵੀ ਸਿੱਖੀ ਦਾ ਜਿਹੜਾ ਸਿਰਾਂ ਦੀ ਗਿਣਤੀ ਲੈਵਲ 'ਤੇ ਘੱਟ ਵਿਕਾਸ ਹੋਇਆ, ਸਭ ਤੋਂ ਘੱਟ। ਕਿਉਂ ਨਹੀਂ ਹੋਇਆ? ਕਿਉਂ ਦੂਜੇ ਧਰਮਾਂ ਨੇ ਬਾਰਬੰਦੀ ਕਰ ਲਈ ਹੈ? ਕਿੱਥੋਂ ਸਿੱਖੀ ਨੂੰ ਡਰ ਹੈ? ਕਿਉਂ ਡਰ ਹੈ? ਅੰਦਰੋਂ ਕਿੰਨਾ ਕੁ ਡਰ ਹੈ, ਬਾਹਰੋਂ ਕਿੰਨਾ ਕੁ ਡਰ ਹੈ? ਇਹ ਸਾਰਿਆਂ ਉੱਤੇ ਅਸੀਂ ਕਰਾਂਗੇ। ਇਸ ਕਰਕੇ ਸਾਡਾ ਫੋਕਸ ਸਿੱਖਾਂ ਦੀ ਜਿਹੜੀ ਨਿਵੇਕਲੀ ਪਹਿਚਾਣ ਹੈ, ਸ਼ਨਾਖਤ ਹੈ,
ਉਸ ਨੂੰ ਅਸੀਂ ਜ਼ੋਰ ਸ਼ੋਰ ਨਾਲ ਖੜਾ ਕਰਨਾ ਉਹ ਦੁਆਰਾ, ਕਿਉਂਕਿ ਉਦੋਂ ਵੀ ਜਿਹੜੀ ਸਿੰਘ ਸਭਾ ਦਾ ਕਰਮ ਹੀ ਇਹੀ ਸੀ, ਕਦਮ ਹੀ ਇਹੀ ਸੀ, ਇਹੀ ਉਹਦੀ ਕੋਸ਼ਿਸ਼ ਸੀ ਤੇ ਉਹਨੇ ਕੀਤਾ ਵੀ, ਕਿਉਂਕਿ ਸਿਆਸਤ ਦੇ ਵਿੱਚੋਂ ਨਿਕਲਦੀ ਆ। ਅਸੀਂ ਸਿੱਧਾ ਸਿਆਸਤ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਦੇ ਰਹੇ। ਸਾਡਾ ਇਹਦੇ ਵਿੱਚੋਂ ਹੀ ਇਹ ਆਪਣੇ ਆਪ 'ਚ ਇੱਕ ਸਿਆਸਤ ਹੈ, ਸਿੱਖਾਂ ਦੀ ਨਿਵੇਕਲੀ ਹੋਂਦ ਨੂੰ ਦੁਆਰਾ ਖੜਾ ਕਰਨਾ, ਮਜ਼ਬੂਤ ਕਰਨਾ। ਸਿੱਧੂ ਸਾਹਿਬ ਵੀ ਜਿਵੇਂ ਕਿ ਇਸ ਸਮਾਗਮ ਦੇ ਵਿੱਚ 150 ਸਾਲਾ ਜਿਹੜੀ ਸ਼ਤਾਬਦੀ ਹੈ ਉਹਦੇ ਵਿੱਚ ਸਿੱਖ ਬੁੱਧੀਜੀਵੀ ਵੀ ਆਉਣਗੇ, ਹੋਰ ਵੀ ਜਿਹੜੇ ਆ ਕਿ ਆਗੂ ਬੁਲਾਰੇ, ਚੰਗੇ ਬੁਲਾਰੇ ਆਉਣਗੇ, ਧਾਰਮਿਕ ਬੁਲਾਰੇ ਪਹੁੰਚਣਗੇ। ਕੀ ਉਹਦੇ ਵਿੱਚ ਸਿਆਸੀ ਲੀਡਰ ਵੀ ਪਹੁੰਚਣਗੇ ਕਿ ਸਿਆਸਤ ਦੇ ਜਿਹੜੇ ਧਿਰ ਹੈਗੇ ਨੇ ਉਹਨਾਂ ਨੂੰ ਵੀ ਬੁਲਾਇਆ ਜਾਏ? ਵੈਸੇ ਅਸੀਂ ਕਿਸੇ ਸਿਆਸੀ ਲੀਡਰ ਨੂੰ ਨਹੀਂ ਬੁਲਾ ਰਹੇ, ਅਸੀਂ ਵਿਦਵਾਨ ਲੋਕਾਂ ਨੂੰ ਜ਼ਿਆਦਾ ਬੁਲਾ ਰਹੇ ਹਾਂ, ਕਿਉਂਕਿ ਸਾਡਾ ਇਹ ਸਿਆਸੀ ਮੰਚ ਨਹੀਂ ਹੈ, ਇਹ ਧਾਰਮਿਕ ਸਮਾਜਿਕ ਇਹ ਮੰਚ ਹੈ। ਤੇ ਇਸ ਕਰਕੇ ਅਸੀਂ ਧਾਰਮਿਕ ਸਮਾਜਿਕ ਲੈਵਲ ਦੇ ਬੰਦੇ ਹੀ ਬੁਲਾਉਣੇ ਆ ਤੇ ਸਿਆਸੀ ਬੰਦੇ ਅਸੀਂ ਨਹੀਂ ਬੁਲਾ ਰਹੇ। ਉਹੀ ਜੇ ਅਸੀਂ ਸਿੱਖੀ ਦੀ ਨਿਵੇਕਲੀ ਹੋਂਦ ਨੂੰ ਖੜਾ ਕਰਨਾ, ਉਹ ਸਮਾਜਿਕ ਤੌਰ ਉੱਤੇ ਜਿਵੇਂ ਉਹਦੇ ਜਾਤ ਪਾਤ ਦੇ ਇਸ਼ੂ ਆ ਜਾਂਦੇ ਸਾਰੇ, ਤੇ ਉਸ ਦੀ ਧਾਰਮਿਕ ਲੈਵਲ ਉੱਤੇ ਵਿਲੱਖਣਤਾ, ਇਹ ਸਾਰੀ ਅਸੀਂ ਉਸੇ ਲੈਵਲ ਤੇ ਜ਼ੋਰ ਦੇਣਾ। ਕੀ ਫਰਕ ਹੈ ਦੂਜੇ ਧਰਮਾਂ ਨਾਲ? ਦੇਖੋ, ਪਹਿਲੀ ਗੱਲ ਤਾਂ ਸਿੱਖੀ ਬਾਰੇ ਇੱਕ ਬਿਲਕੁਲ ਕਲੀਅਰ ਹੋ ਜਾਣਾ ਚਾਹੀਦਾ, ਇਹਦੇ 'ਚ ਕਨਵਰਸ਼ਨ ਹੈ ਨਹੀਂ। ਅਸੀਂ ਦੂਜੇ ਧਰਮ ਵਾਲਿਆਂ ਨੂੰ ਇੱਥੇ ਲਿਆ ਕੇ ਕੋਈ ਇਹ ਨਹੀਂ ਹੈ ਵੀ ਉਹਨਾਂ ਨੂੰ ਲਿਆ ਕੇ ਤੇ ਧਰਮ ਤਬਦੀਲੀ ਕਰਾਉਣੀ ਹੈ। ਇਹਦੇ ਵਿੱਚ ਸਿੱਖ ਧਰਮ ਦੇ ਵਿੱਚ ਕਨਵਰਸ਼ਨ, ਧਰਮ ਬਦਲੀ ਹੈ ਹੀ ਨਹੀਂ। ਜੋ ਮਰਜ਼ੀ ਆਵੇ, ਜੋ ਮਰਜ਼ੀ ਜਾਣਾ ਚਾਹੁੰਦਾ ਚਲਾ ਜਾਵੇ। ਇਸ ਕਰਕੇ ਇਹਦੇ ਵਿੱਚ ਕਿਸੇ ਮੌਕੇ ਤੇ ਜਦੋਂ ਸਿੱਖੀ 'ਚ ਜਿਵੇਂ ਹੁਣ ਸਿੱਖ ਬਰਾਦਰੀ ਬਣੀ ਸੀ, ਉਹਦੇ ਵਿੱਚ ਵੱਡਾ ਆਗੂ ਮੁਸਲਮਾਨ ਸੀ, ਉਹ ਪਹਿਲਾਂ ਮੁਸਲਮਾਨ ਤੋਂ ਸਿੱਖ ਬਣਿਆ ਸੀ, ਤੇ ਇਸ ਕਰਕੇ ਕਈ ਬੰਦੇ ਇੱਥੇ ਬਣੇ ਆ ਮੌਕੇ ਤੇ ਮੁਤਾਬਕ ਆਉਂਦੇ ਆ ਬਾਹਰੋਂ, ਤੇ ਸਾਰੇ ਸਿੱਖ ਹੋਰ ਬਾਹਰੋਂ ਕਿੱਥੋਂ ਆਏ ਆ? ਕਿਉਂਕਿ ਬਹੁਤ ਛੋਟਾ ਸਿੱਖੀ ਦਾ ਇਤਿਹਾਸ ਹੈ, ਇਹ ਸਾਰੇ ਇੱਥੋਂ ਦੇ ਸਮਾਜ ਦੇ ਬੰਦੇ ਹੀ ਆ। ਕੁਝ ਮੁਸਲਮਾਨਾਂ ਤੋਂ ਆਏ ਆ, ਬਹੁਤੇ ਹਿੰਦੂ ਸਾਈਡ ਤੋਂ ਆਏ ਵੀ ਬੰਦੇ ਆ। ਇਸ ਕਰਕੇ ਇਹਦੇ 'ਚ ਕੋਈ ਕਨਵਰਸ਼ਨ ਦੇ, ਅਸੀਂ ਕਾਨੂੰਨਾਂ ਦੇ ਹੱਕ 'ਚ ਨਹੀਂ ਵੀ ਕਨਵਰਸ਼ਨ ਦੇ ਜਿਹੜੇ ਕਾਨੂੰਨ, ਐਂਟੀ ਕਨਵਰਸ਼ਨ ਕਾਨੂੰਨ ਬਣਾਏ ਜਾਣ, ਅਸੀਂ ਇਹਦੇ ਹੱਕ 'ਚ ਵੀ ਨਹੀਂ। ਸਾਡਾ ਕੰਮ ਇਹ ਹੈ ਵੀ ਲਿਟਰੇਚਰ ਦੇ ਲੈਵਲ ਤੇ, ਸਾਹਿਤ ਦੇ ਲੈਵਲ ਤੇ, ਧਾਰਮਿਕ ਤੇ ਸਿਆਸੀ ਸਾਹਿਤ ਜਾਂ ਹਿਸਟਰੀ ਦੇ ਲੈਵਲ ਤੇ ਮੁੜ ਕੇ ਉਹ ਚੀਜ਼ਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਉਭਾਰਿਆ ਜਾਵੇ, ਜਿਹਦੇ 'ਚੋਂ ਸਿੱਖ ਪਹਿਚਾਣ ਨਿਕਲਦੀ ਹੈ ਤੇ ਮਜ਼ਬੂਤ ਹੁੰਦੀ ਹੈ। ਸਾਰਾ ਫੋਕਸ ਇਸੇ ਤੇ ਹੀ ਹੈ। ਬਿਲਕੁਲ ਸਿੱਧੂ ਸਾਹਿਬ ਵੀ ਜਿਹੜਾ ਕਿ ਸਮਾਂ ਵੀ ਆਪਣਾ ਪੂਰਾ ਹੁੰਦਾ ਜਾ ਰਿਹਾ, ਤੇ ਮੈਂ ਇਹ ਚਾਹਾਂਗਾ ਕਿ ਜੇਕਰ ਕੋਈ ਖਾਸ ਗੱਲਬਾਤ ਹੈਗੀ ਜਿਹੜੀ ਆਪਾਂ 150 ਸਾਲਾ ਸ਼ਤਾਬਦੀ ਉੱਪਰ ਕਰਨੀ ਆ, ਜਾਂ ਫਿਰ 100 ਸਾਲਾ ਸ਼ਤਾਬਦੀ ਦੇ ਦੌਰਾਨ ਅਸੀਂ ਕੀਤੀ ਸੀਗੀ ਜਦੋਂ ਜਥੇਦਾਰ ਟੋੜਾ ਸਾਹਿਬ ਇੱਥੇ ਪਹੁੰਚੇ ਸੀਗੇ, ਤੇ ਉਹਦੇ ਬਾਰੇ ਜੇ ਕੋਈ ਖਾਸ ਗੱਲ ਕਹਿਣੀ ਤਾਂ ਆਪਾਂ ਕਹਿ ਸਕਦੇ, ਕਿਉਂਕਿ ਆਪਣਾ ਸਮਾਂ ਜਿਹੜਾ ਕਿ ਪੂਰਾ ਹੁੰਦਾ ਅਸੀਂ ਗਲੋਬਲੀ ਤਾਂ ਵਿਦੇਸ਼ਾਂ ਲੈਵਲ ਤੇ ਡਾਇਸਪੋਰਾ ਸਿੱਖ ਹੈ ਜਿਹੜਾ, ਜਿਵੇਂ ਹੁਣ ਅਸੀਂ ਬਾਹਰ ਸਾਰੇ ਕੈਨੇਡਾ, ਅਮਰੀਕਾ ਤੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਗੈਰਾ ਵਿੱਚ ਵੀ ਜਿਹੜੇ ਖਾਸ ਸਿੱਖੀ ਨਾਲ ਸੰਬੰਧਿਤ ਗੁਰਦੁਆਰਾ ਸਾਹਿਬਾਨ ਆ ਜਾਂ ਦੂਜੇ ਆ, ਅਸੀਂ ਉਹਨਾਂ ਨੂੰ ਵੀ ਅਸੀਂ ਨਾਲ ਜੋੜਿਆ ਹੋਇਆ, ਤੇ ਹਜੇ ਕੁਝ ਜੋੜਨ ਵਾਲੇ ਆ ਤੇ ਜੋੜਾਂਗੇ। ਇੱਕ ਸੋਵੀਨਰ ਕੱਢਾਂਗੇ, ਬਕਾਇਦਾ ਇੱਕ ਸਪੈਸ਼ਲ ਇਸ਼ੂ ਨਿਕਲਣਗੇ। ਅਸੀਂ ਇਸ ਕੰਮ ਦਾ, ਲਿਟਰੇਚਰ ਦਾ ਕੰਮ ਵੀ ਕਾਫੀ ਕਰਨਾ ਚਾਹੁੰਦੇ। ਬਹੁਤ ਬਹੁਤ ਧੰਨਵਾਦ ਸਰਦਾਰ ਜਸਪਾਲ ਸਿੰਘ ਸਿੱਧੂ ਜੀ ਕਿ ਜਿਹੜਾ ਤੁਸੀਂ 150 ਸਾਲਾ ਸ਼ਤਾਬਦੀ ਮਨਾਈ ਜਾਣ ਦੇ ਸਮਾਗਮਾਂ ਬਾਰੇ ਜਿਹੜੀ ਖਾਸ ਜਾਣਕਾਰੀ ਦਿੱਤੀ ਹੈ। ਸੋ ਜੁੜੇ ਰਹੋ ਪੰਥਕ ਨਜ਼ਰ ਪ੍ਰੋਗਰਾਮ ਦੇ ਨਾਲ। ਤੁਹਾਡਾ ਆਪਣਾ ਮੇਜਰ ਸਿੰਘ ਪੰਜਾਬੀ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।